ਜਿਵੇਂ ਮਾਂ ਮਨੂ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਭਗਤ ਜੀ ਪਿਆਰੇ ਰੱਬ ਨੂੰ, ਭਗਤ ਜੀ ਪਿਆਰੇ ਰੱਬ ਨੂੰ। ਜਿਵੇਂ ਮਾਂ ਮਨੂ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਮਾਂ ਮਨੂ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। हर जुग जुग भगतों पाया, पैज रखदा आया राम राजे। हरनाखस दुष्ट हर मारया, प्रहलाद तराया राम। अहंकारी आनंद का पेठ दे, नाम दे मुख लाया राम। जन नानक ऐसा हर सेव्या, अंत लय छड़ाया राम। ਵਾਹਿਗੁਰੂ ਜੀ। ਇਹ ਤੋਂ ਮੋਤੇ ਜਰੀ ਨਾ ਜਾਈ। ਬਾਬਾ ਰਾਮ ਰਾਏ ਜੀ ਸੋਚਣ ਲੱਗ ਪਏ ਵੀ ਇਹਨਾਂ ਦੀ ਵਡਿਆਈ, ਇਹਨਾਂ ਦੀ ਸੋਭਾ ਮੈਥੋਂ ਕਦੇ ਵੀ ਮਨ ਦੇ ਅੰਦਰ ਜ਼ਰੀ ਨਹੀਂ ਜਾਣੀ ਹੈ। ਦੇਹੋਂ ਸਰਾਪ ਦੇਹੋਂ ਬਿਨਸਾਈ। ਜਦੋਂ ਮੈਂ ਇਹਨਾਂ ਨੂੰ ਸਰਾਪ ਦੇ ਬਚਨ ਕਹਿ ਦਿੱਤੇ, ਥੋੜੇ ਟਾਈਮ ਦੇ ਅੰਦਰ ਅੰਦਰ ਇਹਨਾਂ ਨੇ ਆਪਣਾ 5 ਪਾਉ ਤੱਕ ਸਰੀਰ ਤਿਆਗ ਦੇਣਾ ਹੈ। ਆਪਰ ਉਪਾਈ ਚੱਲਿਓ ਨਹਿ ਕੋਈ। ਉਸ ਵਕਤ ਬਾਬਾ ਰਾਮ ਰਾਏ ਜੀ ਦਾ ਵਡਿਆਈ ਸੋਭਾ ਦੇ ਕਰਕੇ ਹੋਰ ਤਾਂ ਕੋਈ ਉਪਾਅ ਯਤਨ ਨਹੀਂ ਚੱਲਿਆ ਸੀ। ਬੁਰੀ ਕਰਤ ਭਲ ਹੋਬਤ ਸੋਈ। ਪਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਾਂ ਹਮੇਸ਼ਾ ਵਾਸਤੇ ਬੁਰਿਆਂ ਦਾ ਵੀ ਸਦਾ ਦੇ ਲਈ ਉਧਾਰ ਕਰਨ ਵਾਲੇ ਹਨ। यहाँ बुलायो हो काज बिगाड़न। ਬਾਬਾ ਰਾਮ ਰਾਏ ਜੀ ਵਿਚਾਰ ਕਰਨ ਲੱਗੇ ਵੀ ਮੈਂ ਇਹਨਾਂ ਨੂੰ ਤਾਂ ਦਿੱਲੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਕੰਮ ਵਿਗਾੜਨ ਵਾਸਤੇ ਬੁਲਾਇਆ ਸੀ। ਸੋ ਨਾ ਭਇਓ ਸਭ ਕੀਨ ਸੁਧਾਰਨ। ਇਹਨਾਂ ਦੇ ਕਾਜ ਵਿਗੜਨੇ ਤਾਂ ਬੜੀ ਦੂਰ ਰਹਿ ਗਏ, ਉਲਟਾ ਸਾਰੇ ਸ਼ਹਿਰ ਦੇ ਵਿੱਚ ਥਾਂ ਥਾਂ 'ਤੇ ਲੋਕੀ ਦੇਖੋ ਕਿਵੇਂ ਧਰੀ ਵਡਿਆਈ, ਬੜੇ ਬੜੇ ਅਹਿਲਕਾਰ ਉਹ ਵੀ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਕਿਵੇਂ ਕਰਨ ਲੱਗ ਪਏ ਹਨ। ਸ਼ਾਹੋ ਸਮੀਪੀ ਤਿਹ ਜਸ ਕਹਿ। ਆ ਜਿਹੜੇ ਰੋਜ਼ਾਨਾ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਬੈਠਣ ਵਾਲੇ ਉਹ ਵੀ ਆਪਣੀ ਰਸਨਾ ਤੋਂ ਬੜੀ ਤਾਰੀਫ ਉਚਾਰਨ ਕਰਨ ਲੱਗ ਪਏ ਹਨ। ਆਪਰਨ ਕੀ ਕਿਆ ਗਿਣਤੀ ਹੈ। ਜਿਹੜੇ ਆਮ ਲੋਕ ਦਿੱਲੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਉਹਨਾਂ ਦੀ ਤਾਂ ਗੱਲੇ ਕੀ ਕਰਨੀ ਹੈ। ਉਹਨਾਂ ਦਾ ਤੇਜ ਪ੍ਰਤਾਪ ਤਾਂ ਵੱਡੇ ਵੱਡੇ ਅਹਿਲਕਾਰ, ਵੱਡੇ ਵੱਡੇ ਸੂਬਿਆਂ ਦੇ ਮਨ ਦੇ ਉੱਪਰ ਵੀ ਛਾ ਗਿਆ ਹੈ। ਮੁਝ ਤੇ ਕਰ ਹੈ ਵੱਡੋ ਅਧਿਕਾਰ। ਕਿਤੇ ਸਤਿਗੁਰੂ ਜੀ ਮੇਰੇ ਨਾਲੋਂ ਕੋਈ ਵੱਡਾ ਅਧਿਕਾਰ, ਵੱਡੀ
ਭਰਾ ਵੱਡੀ ਪਦਵੀ ਨਾ ਪ੍ਰਾਪਤ ਕਰ ਲੈਣ, ਫਿਰ ਤਾਂ ਮੈਨੂੰ ਬੜਾ ਔਖਾ ਹੋ ਜਾਣਾ ਹੈ। ਮਮ ਜਸ ਹੋਈ ਹੈ ਅਲਪ ਆਕਾਰਾ। ਜੈ ਕਰ ਇਸੇ ਤਰ੍ਹਾਂ ਸਤਿਗੁਰੂ ਜੀ ਦਿੱਲੀ ਸ਼ਹਿਰ ਦੇ ਵਿੱਚ ਰਹਿੰਦੇ ਰਹੇ, ਫਿਰ ਤਾਂ ਥਾਂ ਥਾਂ 'ਤੇ ਮੇਰੀ ਵਡਿਆਈ, ਮੇਰੀ ਸੋਭਾ ਚਾਰੇ ਪਾਸਿਆਂ ਤੋਂ ਬੜੀ ਘਟ ਜਾਣੀ ਹੈ। ਸਿੱਖ ਸੰਗਤ ਫਿਰ ਜਾਵਹਿ ਸਾਰੀ। ਇਉਂ ਵਡਿਆਈ ਸੁਣ ਸੁਣ ਕਰਕੇ ਸਾਰੀਆਂ ਸੰਗਤਾਂ ਨੇ ਮੇਰੇ ਵੱਲੋਂ ਵੀ ਫਿਰ ਜਾਣਾ ਹੈ। ਦੇਖਾ ਦੇਖੀ ਆਪਨ ਮਝਾਰੀ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਵੱਡੀਆਂ ਵੱਡੀਆਂ ਬਿਮਾਰੀਆਂ, ਬੜੇ ਭਿਆਨਕ ਰੋਗ ਹਟ ਰਹੇ ਹਨ। ਦੇਖਾ ਦੇਖੀ ਸਾਰੀਆਂ ਸੰਗਤਾਂ ਨੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਿੱਛੇ ਹੀ ਲੱਗ ਜਾਣਾ ਹੈ। ਜਾਂਤੀ ਇਨਕੋ ਰਹਿਨ ਨਾ ਨੀਕੋ। ਇਸ ਕਰਕੇ ਬਾਬਾ ਰਾਮ ਰਾਏ ਜੀ ਸਤਿਗੁਰੂ ਜੀ ਨੂੰ ਜ਼ਿਆਦਾ ਟਾਈਮ ਦਿੱਲੀ ਦੇ ਵਿੱਚ ਰਹਿਣਾ ਜਿਹੜਾ ਆਪਣੇ ਮਨ ਦੇ ਅੰਦਰ ਚੰਗਾ ਨਹੀਂ ਮੰਨਦੇ ਹਨ। ਇਸ ਤੇ ਬਦ ਹੈ ਮੋਹਿ ਦੁਖ ਜੀ ਕੋ। ਇਸ ਦੇ ਨਾਲ ਤਾਂ ਮੈਨੂੰ ਵੀ ਬੜੇ ਘਾਟ ਹੈ ਤੇ ਬੜੇ ਬੜੇ ਦੁੱਖ ਵੀ ਪ੍ਰਾਪਤ ਹੋ ਸਕਦੇ ਹਨ। ਇਤਿਆਦਿਕ ਨਿਤ ਘਟੀ ਗਿਨੰਤਾ। ਇਹੋ ਜੀਆਂ ਬੜੀਆਂ ਜਿਹੜੀਆਂ ਗਿਣਤੀਆਂ ਬਾਬਾ ਰਾਮ ਰਾਏ ਜੀ ਮਨ ਦੇ ਅੰਦਰ ਰੋਜ਼ਾਨਾ ਸੋਚਦੀ ਰਹਿੰਦੇ ਸਨ। ਜਬ ਕੇ ਪੁਰ ਪ੍ਰਵਿਸ਼ੇ ਦੁਖ ਹੰਤਾ। ਜਦੋਂ ਦੇ ਸਤਿਗੁਰੂ ਜੀ ਦਿੱਲੀ ਸ਼ਹਿਰ ਦੇ ਵਿੱਚ ਪ੍ਰਵੇਸ਼ ਹੋਏ ਨੇ, ਪਤਾ ਨਹੀਂ ਕਿਤਨੇ ਦੁਖਿਆਰੇ ਲੋਕ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਕਰਕੇ ਬੜੇ ਖੁਸ਼ ਹੋ ਗਏ ਹਨ। ਸ਼ਾਹੋ ਸਮੀਪ ਸੁਣਤ ਜਸ ਸੁੰਦਰ। ਜਿਹੜੇ ਰੋਜ਼ਾਨਾ ਬਾਦਸ਼ਾਹ ਦੇ ਪਾਸ ਜਾ ਕਰ ਕੇ ਬੈਠਣ ਵਾਲੇ, ਚਾਹੇ ਕੋਈ ਰਿਆਦਾ ਮਾਲਕ ਹੈ, ਸੂਬਾ ਹੈ, ਅਹਿਲਕਾਰ ਹੈ, ਉਹਨਾਂ ਨੇ ਵੀ ਹੁਣ ਅੱਗੇ ਤੋਂ ਅੱਗੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਸੋਭਾ ਬਾਰੇ ਆਪਣੇ ਆਪ ਹੀ ਪਤਾ ਲੱਗੀ ਜਾਂਦਾ ਸੀ। ਜਰ ਭਰ ਗਇਓ ਰਿਧੀ ਕੇ ਅੰਦਰ। ਬਾਬਾ ਰਾਮ ਰਾਏ ਜੀ ਦੇ ਮਨ ਦੇ ਅੰਦਰ ਸੁਣ ਕਰਕੇ ਬੜਾ ਜਿਹੜਾ ਸੜੇਮਾ ਪੈਦਾ ਹੋ ਗਿਆ ਸੀ। ਕਹਿਣ ਲਗਿਓ ਸਭ ਸਭਾ ਮਝਾਰੀ। ਜ਼ਿਆਦਾ ਭਰੀ ਕਚਹਿਰੀ ਦੇ ਵਿੱਚ ਸਾਰਿਆਂ ਦੀ ਰਸਨਾ ਤੋਂ ਮਹਾਰਾਜ ਦੀ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣ ਕਰਕੇ ਕਹਿਣ ਲੱਗੇ ਹਨ। ਜਿਹ ਤੁਮ ਕੀਰਤ ਕਰਤ ਉਚਾਰੀ। ਵੇ ਜੈਸ ਬਾਲਕ ਹੈ ਦੀ ਤੁਸੀਂ ਸਾਰੀ ਰਲ ਮਿਲ ਕਰਕੇ ਨਾ ਬੜੀ ਵਡਿਆਈ ਸੋਭਾ ਕਰਨ ਲੱਗੇ ਹੋ। ਬਾਲਕ ਬੈ ਮਹਿ ਬਿਗਨ ਵਿਸਾਲੀ। ਬੱਚਿਆਂ ਦੀ ਜਦੋਂ ਨਾ ਛੋਟੀ ਉਮਰ ਹੋਵੇ, ਕਈ ਦਫਾ ਫਿਰ ਵੱਡੇ ਵੱਡੇ ਵਿਘਨ ਵੀ ਪੈਦਾ ਹੋ ਜਾਂਦੇ ਹਨ। ਆਦ ਸੀਤਲਾ ਕਰਤੀ ਕਾਲੀ। ਕਈ ਦਫਾ ਅਗਰ ਬਾਲਕਿਆਂ ਦੇ ਸਰੀਰਾਂ 'ਤੇ ਚੇਚਕ ਦੀ ਬਿਮਾਰੀ ਕਿਤੇ ਨਿਕਲ ਆਏ, ਉਹਦੇ ਨਾਲ ਵੀ ਬੜਿਆਂ ਦੇ ਪ੍ਰਾਣ ਨਾਸ ਹੋ ਜਾਂਦੇ ਹਨ। ਇਨ ਤੇ ਉਬਰਨ ਦੁਸ਼ਟਰ ਹੈ। ਇਹੋ ਜਿਹੀਆਂ ਭਿਆਨਕ ਬਿਮਾਰੀਆਂ ਦੇ ਕੋਲੋਂ ਬਚਣਾ ਨਿੱਕੇ ਉਮਰ ਦੇ ਬੱਚਿਆਂ ਨੂੰ ਬੜਾ ਔਖਾ ਹੋ ਜਾਂਦਾ ਹੈ। ਵੱਡੇ ਹੋਣ ਪੁਨ ਪਾਛੇ ਲਹਿ। ਜਿਨ੍ਹਾਂ ਦੀ ਵਡਿਆਈ ਕਰ ਰਹੇ ਹੋ ਤੁਸੀਂ ਸਾਰੇ ਇਕੱਠੇ ਹੋ ਕੇ, ਉਹ ਤਾਂ ਸੀਤਲਾ ਦਾ ਖਾਜ਼ਾ ਹਨ। ਉਹਨਾਂ ਨੂੰ ਵੱਡੀ ਉਮਰ ਭੋਗਣ ਦਾ ਕੋਈ ਮੌਕਾ ਹੀ ਨਹੀਂ ਪ੍ਰਾਪਤ ਹੋਣਾ ਹੈ। ਦੋਹਰਾ ਖਾਜ ਸੀਤਲਾ ਕੋ ਹੈ ਕਹਾਂ ਭਇਓ ਜੇ ਆਈ। ਸੁਣ ਕਰਕੇ ਬਾਬਾ ਰਾਮ ਰਾਏ ਜੀ ਦੇ ਜਦੋਂ ਚਿੱਤ ਦੇ ਅੰਦਰ ਇਹੋ ਜੀ ਈਰਖਾ ਪੈਦਾ ਹੋਈ, ਸੁਣ ਕਰਕੇ ਕਹਿਣ ਲੱਗੇ ਵੀ ਉਹ ਤਾਂ ਸੀਤਲਾ ਦੇ ਖਾਜ਼ਾ ਹਨ, ਜਿਨ੍ਹਾਂ ਦੀ ਵਡਿਆਈ ਥਾਂ ਥਾਂ 'ਤੇ ਲੋਕ ਆਪਣੀ ਰਸਨਾ ਤੋਂ ਕਰਨ ਲੱਗ ਪਏ ਨੇ। ਕਿਮ ਉਬਰੈ ਜਬ ਨਿਕਸ ਹੈ ਸਮਾਂ ਭਇਓ ਨਿਕਟਾਈ। ਉਹਨਾਂ ਦੇ ਸਰੀਰ ਤਿਆਗਣ ਦਾ ਜਿਹੜਾ ਟਾਈਮ ਬੜਾ ਨੇੜੇ ਆ ਗਿਆ ਹੈ। ਜੇ ਇੱਕ ਵਾਰੀ ਸਰੀਰ 'ਤੇ ਨਾ ਚੈਚਕ ਸੀਤਲਾ ਨਿਕਲ ਆਈ, ਇਹ ਤੋਂ ਬਚਣਾ ਬੜਾ ਔਖਾ ਹੋ ਜਾਏਗਾ। ਚੌਪਈ ਨਹੀਂ ਸੀਤਲਾ ਨਿਕਸੀ ਆਗੀ। ਅਜੇ ਤੱਕ ਇਹਨਾਂ ਦੇ ਸਰੀਰ ਦੇ ਉੱਪਰ ਕਦੇ ਵੀ ਇਹੋ ਜਿਹੀ ਜਿਹੜੀ ਚੈਚਕ ਦੀ ਬਿਮਾਰੀ ਨਹੀਂ ਪੈਦਾ ਹੋਈ ਹੈ। ਅਬ ਨਿਕਸੈ ਤੋ ਪ੍ਰਾਨਨ ਤਿਆਗੀ। ਜਦੋਂ ਸਰੀਰ 'ਤੇ ਨਿਕਲ ਆਈ
ਪ੍ਰਾਣਾਂ ਨੂੰ ਫਿਰ ਇਹਨੇ ਨਾਲ ਹੀ ਲੈ ਜਾਣਾ ਹੈ। ਜਬ ਉਬਰਹਿ ਤਬ ਜੀਵਨ ਆਸਾ। ਜੈ ਕਰ ਐਸ ਦੁਖਦਾਈ ਵਿਆਧੀ ਤੋਂ ਬਚ ਗਏ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਹੋ ਸਕਦੇ ਹਨ। ਤਉ ਲਗ ਨਹਿ ਤਿਨ ਕੋ ਪਰਵਾਸਾ। ਜਿਤਨਾ ਚਿਰ ਅਜੇ 14 15 20 ਸਾਲ ਦੀ ਉਮਰ ਨਹੀਂ ਹੁੰਦੀ ਤੇ ਉਸ ਤੋਂ ਪਹਿਲਾਂ ਤੁਸੀਂ ਕਿਤਨੇ ਵੱਡੇ ਵੱਡੇ ਭਰੋਸੇ ਯਕੀਨ ਮਨ ਦੇ ਵਿੱਚ ਐਵੇਂ ਹੀ ਧਾਰਨ ਕਰ ਲਏ ਹਨ। ਨੌਰੰਗ ਸਹਿਤ ਸੁਣਤ ਬਿਸਮਾਈ। ਇਹੋ ਜਿਹੇ ਬਚਨ ਬਾਬਾ ਰਾਮ ਰਾਜ ਜੀ ਤੋਂ ਸੁਣ ਕਰਕੇ ਬਾਦਸ਼ਾਹ ਔਰੰਗਜ਼ੇਬ ਵੱਡੇ ਵੱਡੇ ਸੂਬੇਲਕਾਰ ਸਾਰੇ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਹਨ। ਦਵੈਸ਼ ਅਨੁਜ ਸੋ ਸਰਾਪ ਅਲਾਈ। ਇਹਨਾਂ ਨੇ ਸੁਣਨ ਅਨੁਸਾਰ ਮਨ ਦੇ ਵਿੱਚ ਅਨੁਮਾਨ ਲਗਾ ਲਿਆ ਵੀ ਇਹਨਾਂ ਨੇ ਆਪਣੇ ਛੋਟੇ ਭਰਾ ਦੇ ਨਾਲ ਮਨ ਦੇ ਅੰਦਰ ਦਿਲੋਂ ਕੈਸੀ ਦਵੈਸ਼ ਕਿਉਂ ਜੀ ਈਰਖਾ ਧਾਰਨ ਕੀਤੀ ਹੋਈ ਹੈ। ਹਮ ਸੋ ਨਹਿ ਮਿਲਬੇ ਤਿਸ ਚਾਹੋ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਾਂ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣਾ ਆ ਕਰਕੇ ਮਿਲਣਾ ਹੀ ਨਹੀਂ ਚਾਹੁੰਦੇ ਹਨ। ਤੋ ਦੁਖ ਹੈ ਸ਼ੋਭਤ ਮਨ ਮਾਹੋ। ਪਰ ਫਿਰ ਵੀ ਬਾਬਾ ਰਾਮ ਰਾਜ ਜੀ ਦੇ ਮਨ ਦੇ ਅੰਦਰ ਬੜੀ ਘਬਰਾਹਟ ਕਿਵੇਂ ਬੜਾ ਦੁੱਖ ਇਹਨਾਂ ਦੇ ਹਿਰਦੇ ਦੇ ਅੰਦਰ ਵੱਧ ਚੁੱਕਿਆ ਹੈ। ਅਲਪ ਆਰਬਲ ਛਿਮਾ ਕਰਤ ਹੈ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਰਵਲ ਭਾਵੇਂ ਛੋਟੀ ਹੈ ਪਰ ਫਿਰ ਵੀ ਮਨ ਦੇ ਅੰਦਰ ਕਿਹੋ ਜੀ ਖਿਮਾ ਕਿਹੋ ਜਿਹਾ ਧੀਰਜ ਸਦਾ ਵਾਸਤੇ ਧਾਰਨ ਕਰਕੇ ਰੱਖਦੇ ਹਨ। ਇਹ ਜੇਠੋ ਹਰ ਵਤ ਧਰਤ ਹੈ। ਇਹਨਾਂ ਨੇ ਦੇ ਲਿਆ ਵੀ ਬਾਬਾ ਰਾਮ ਰਾਜ ਜੀ ਭਾਵੇਂ ਚਲੋ ਉਮਰ ਦੇ ਵਿੱਚ ਤਾਂ ਹੈਗੇ ਵੱਡੇ ਪਰ ਇਹਨਾਂ ਦੇ ਚਿੱਤ ਦੇ ਅੰਦਰ ਬਹੁਤ ਹੀ ਜ਼ਿਆਦਾ ਜਿਹੜਾ ਹੋਛਾਪਣ ਹੌਲਾਪਣ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ। ਲਖੀ ਜਾਈ ਇਨ ਮਹਿ ਵਿਪਰੀਤ। ਇਹ ਦੋਵੇਂ ਪਾਸਿਆਂ ਤੋਂ ਉਲਟੀ ਜੀ ਗੱਲ ਸਾਨੂੰ ਦੱਸਣ ਲੱਗ ਪਈ ਹੈ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 5 ਸਾਲ ਤੋਂ ਥੋੜ੍ਹੇ ਜਿਹੇ ਅਜੇ ਵੱਡੇ ਹੋਏ ਹਨ। ਉਹਨਾਂ ਦੇ ਮਨ ਦੇ ਅੰਦਰ ਕਿਤਨੀ ਗੰਭੀਰਤਾ ਤੇ ਕਿਤਨੀ ਧੀਰਜ ਕਿਵੇਂ ਖਿਮਾ ਇਹੋ ਜਿਹੇ ਬੜੇ ਗੁਣ ਧਾਰਨ ਕੀਤੇ ਹੋਏ ਨੇ। ਭਾਰਾਪਣ ਉਹਨਾਂ ਦੇ ਅੰਦਰ ਪਾਇਆ ਜਾਂਦਾ ਹੈ। ਆ ਬਾਬਾ ਰਾਮ ਰਾਜ ਜੀ ਉਮਰ ਦੇ ਵਿੱਚ ਹੈਗੇ ਭਾਵੇਂ ਉਹਨਾਂ ਨਾਲੋਂ ਕਾਫੀ ਸਾਲ ਵੱਡੇ ਪਰ ਇਹਨਾਂ ਦੇ ਚਿੱਤ ਦੇ ਅੰਦਰ ਕੋਈ ਧੀਰਜ ਨਹੀਂ ਖਿਮਾ ਨਹੀਂ ਕਿਤਨਾ ਹੌਲਾਪਣ ਆਪਣੇ ਆਪ ਹੀ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਪ੍ਰਗਟ ਕਰ ਦਿੱਤਾ ਹੈ। ਹੌਰਬ ਅਰ ਗੰਭੀਰ ਜੋ ਚੀਤ। ਜਿਨ੍ਹਾਂ ਦੇ ਹਿਰਦੇ ਗੰਭੀਰਤਾ ਵਾਲੇ ਨੇ ਉਹਨਾਂ ਦੇ ਬਾਰੇ ਵੀ ਕਚਹਿਰੀ ਨੇ ਆਪਣੇ ਆਪ ਹੀ ਜਾਣ ਲਿਆ ਤੇ ਜਿਹੜੇ ਨੇ ਬੜੇ ਹੌਲੇਪਣ ਨੂੰ ਧਾਰਨ ਕਰਨ ਵਾਲੇ ਉਹਨਾਂ ਦੇ ਬਾਰੇ ਵੀ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਸੀ। ਇਤਿਆਦਿਕ ਸਭ ਹਿਰਦੇ ਵਿਚਾਰਤ। ਸੁਣ ਕਰਕੇ ਬਾਬਾ ਰਾਮ ਰਾਜ ਜੀ ਦੇ ਬਚਨਾਂ ਨੂੰ ਬਾਦਸ਼ਾਹ ਦੇ ਸਮੇਤ ਸਾਰੇ ਪੜੀਆਂ ਵਿਚਾਰਾ ਕਰਨ ਲੱਗ ਪਏ ਹਨ। ਸੁਣ ਕੇ ਨੌ ਰੰਗ ਸ਼ਾਹੋ ਉਚਾਰਤ। ਜ਼ਿਆਦਾ ਬਾਦਸ਼ਾਹ ਔਰੰਗਜ਼ੇਬ ਨੇ ਗੱਲ ਆਪਣੇ ਕੰਨਾਂ ਦੇ ਨਾਲ ਸੁਣੀ। ਉਸ ਸਮੇਂ ਬਾਬਾ ਰਾਮ ਰਾਜ ਜੀ ਨੂੰ ਕਹਿਣ ਲੱਗਿਆ ਸੀ ਕਿਉਂ ਤੁਮ ਰਿਸ ਹੋ ਭਰਾਤ ਟਿਗ ਜਾਨੀ। ਬਾਬਾ ਜੀ ਤੁਸੀਂ ਆਪਣੇ ਛੋਟੇ ਵੀਰ ਨੂੰ ਨੇੜੇ ਦੇ ਕਰਕੇ ਇਤਨਾ ਕਾਹਦੇ ਵਾਸਤੇ ਦੁਖੀ ਹੋ ਗਏ ਹੋ। ਇਤਨੀ ਈਰਖਾ ਰੂਪੀ ਅੱਗ ਤੁਹਾਡੇ ਹਿਰਦੇ ਦੇ ਅੰਦਰ ਕਾਹਦੇ ਵਾਸਤੇ ਪੈਦਾ ਹੋ ਰਹੀ ਹੈ। ਹਮ ਸੰਗ ਮੇਲ ਨਹੀਂ ਸੋ ਮਾਨੀ। ਮੈਂ ਤਾਂ ਪਹਿਲਾਂ ਹੀ ਉਹਨਾਂ ਦੇ ਅੱਗੇ ਬੇਨਤੀਆਂ ਤਾਂ ਕੀਤੀਆਂ ਨੇ ਜ਼ਰੂਰ ਪਰ ਉਹਨਾਂ ਨੇ ਆਪਣੀ ਜਿਹੜੀ ਪ੍ਰਤਿੱਗਿਆ ਆਪਣਾ ਪ੍ਰਣ ਮੇਰੇ ਪਾਸ ਕਹਿ ਦਿੱਤਾ ਹੈ। ਕਦੇ ਵੀ ਉਹ ਤਾਂ ਮੇਰੇ ਨਾਲ ਮਿਲਣਾ ਵੀ ਨਹੀਂ ਚਾਹੁੰਦੇ ਹਨ। ਪੂਰਬ ਕਹਿਤ ਆਵਾਹਨ ਤਾਹੀ। ਪਹਿਲਾਂ ਤੁਸੀਂ ਉਹਨਾਂ ਨੂੰ ਦਿੱਲੀ ਸ਼ਹਿਰ ਦੇ ਵਿੱਚ ਬੁਲਾਉਣ ਦੇ ਲਈ ਮੈਨੂੰ ਬਾਰ-ਬਾਰ ਬੜਾ ਮਜਬੂਰ ਕੀਤਾ ਸੀ। ਅਬ ਕਿਉਂ ਦੁੱਖ ਹੋ ਆਬ ਤੋਂ ਪਾਹੀ। ਜੈ ਕਰ ਦਿੱਲੀ ਸ਼ਹਿਰ ਦੇ ਵਿੱਚ ਚੱਲ ਕਰਕੇ ਆ ਵੀ ਗਏ ਨੇ ਫਿਰ ਤੁਹਾਨੂੰ ਇਤਨੀ ਪੀੜਾ
ਇਤਨੇ ਤਕਲੀਫ ਕਾਦੇ ਵਾਸਤੇ ਪੈਦਾ ਹੋ ਗਈ ਹੈ? ਉਹ ਸੁਸ਼ੀਲ ਕਰਹੁ ਨਿਜ ਮੇਲਾ। ਤੁਹਾਨੂੰ ਤਾਂ ਬੜਾ ਸੀਲ ਸੁਭਾਅ ਧਾਰਨ ਕਰਦਿਆਂ ਹੋਇਆਂ ਇੱਕ ਦੂਜੇ ਦੇ ਨਾਲ ਬੜਾ ਪ੍ਰੇਮ ਪਿਆਰ ਰੱਖਣਾ ਚਾਹੀਦਾ ਹੈ। ਆਪਸ ਮਹਿ ਨਹਿ ਕਹੋ ਦੁਹੀਲਾ। ਇਹੋ ਜਿਹੇ ਜਿਹੜੇ ਬਚਨ ਤੁਹਾਨੂੰ ਆਪਸ ਵਿੱਚ ਹੀ ਨਹੀਂ ਕਹਿਣੇ ਬਣਦੇ ਹਨ। ਤੁਮ ਦੋਨੋਂ ਕੀ ਨਿਫਲ ਨਾ ਬੈਨ। ਬਾਦਸ਼ਾਹ ਔਰੰਗਜ਼ੇਬ ਨੂੰ ਵੀ ਇਸ ਹਕੀਕਤ ਦੇ ਬਾਰੇ ਪਤਾ ਸੀ ਵੀ ਦੋਹਾਂ ਦੇ ਕੀਤੇ ਹੋਏ ਬਚਨ ਸਦਾ ਵਾਸਤੇ ਸਦਾ ਦੇ ਲਈ ਅਟਲ ਹੋ ਜਾਣੇ ਹਨ। ਕਹੋ ਸੋ ਹੋਈ ਦੁੱਖ ਕੈ ਸੁਖ ਚੈਨ। ਤੁਹਾਡੀ ਰਸਨਾ ਤੋਂ ਨਿਕਲੇ ਹੋਏ ਬਚਨ ਚਾਹੇ ਸੁੱਖ ਦੇ ਨੇ ਚਾਹੇ ਦੁੱਖ ਦੇ ਨੇ ਸ਼ਾਂਤੀ ਦੇ, ਇਹਨਾਂ ਨੂੰ ਕੋਈ ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਕਦੇ ਟਾਲ ਵੀ ਨਹੀਂ ਸਕਦਾ ਹੈ। ਅਬ ਰਿਸ ਕਰ ਬੋਲੋ ਜਿਮ ਆਪ। ਬਾਦਸ਼ਾਹ ਔਰੰਗਜ਼ੇਬ ਉਸ ਸਮੇਂ ਬਾਬਾ ਰਾਮ ਰਾਏ ਜੀ ਨੂੰ ਸਮਝਾਉਣ ਲੱਗਿਆ ਵੀ ਤੂੰ ਕਿਵੇਂ ਗੁੱਸੇ ਦੇ ਵਿੱਚ ਆ ਕਰਕੇ ਕਿਹੋ ਜਿਹੇ ਬਚਨ ਸਾਰਿਆਂ ਦੇ ਸਾਹਮਣੇ ਹੀ ਕਹਿਣ ਲੱਗ ਪਿਆ ਹੈ। ਉੱਚ ਰਹਿ ਸੋ ਪੀ ਪਰ ਸੰਤਾਪ। ਜੇਕਰ ਸੁਣ ਕਰਕੇ ਉਧਰੋਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਬਚਨ ਕਰਤੇ, ਫਿਰ ਦੇ ਲੋ ਬੜੇ ਬੜੇ ਦੁੱਖ ਬੜੇ ਬੜੇ ਵਿਘਨ ਵੀ ਪੈਦਾ ਹੋ ਸਕਦੇ ਹਨ। ਛਿਮਾ ਕਰੀ ਸੁਖ ਪ੍ਰਾਪਤ ਦਊ। ਦੋਵਾਂ ਨੂੰ ਮਨ ਦੇ ਅੰਦਰ ਖਿਮਾ ਧਾਰਨ ਕੀਤਿਆਂ ਬੜੇ ਸੁਖ ਪ੍ਰਾਪਤ ਹੋ ਸਕਦੇ ਹਨ। ਸਿੱਖ ਸੇਵਕ ਮਨ ਹੈ ਸਭ ਕੋ। ਬਾਦਸ਼ਾਹ ਔਰੰਗਜ਼ੇਬ ਕਹਿ ਲੱਗਿਆ ਬਾਬਾ ਰਾਮ ਰਾਏ ਜੀ ਨੂੰ ਵੀ ਦੇਖੋ ਤੁਹਾਡਾ ਵੀ ਸੰਗਤਾਂ ਕਿਤਨਾ ਮਾਣ ਸਤਿਕਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕਰਕੇ ਕਰਦੀਆਂ ਹਨ। ਨਾਨਾ ਪ੍ਰਕਾਰ ਦੀ ਭੇਟਾ ਤੁਹਾਡੇ ਪਾਸ ਵੀ ਬੜੇ ਪ੍ਰੇਮੀ ਲੈ ਕਰਕੇ ਆਉਂਦੇ ਨੇ। ਉਧਰੋਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਗੁਰਤਾ ਗਦੀ ਦੇ ਮਾਲਕ, ਉਹਨਾਂ ਦੇ ਪਾਸ ਤਾਂ ਹਰ ਵਕਤ ਦੁਖੀ ਪ੍ਰਾਣੀਆਂ ਦੀ ਬੜੀ ਭੀੜ ਲੱਗੀ ਰਹਿੰਦੀ ਹੈ। ਹਿੰਦੁਨ ਮਹਿ ਤੁਮ ਸੋ ਜਸ ਵਿਸਾਲ। ਹਿੰਦੂ ਮਤ ਦੇ ਵਿੱਚ ਤੁਹਾਡਾ ਜਿਹੜਾ ਥਾਂ ਥਾਂ 'ਤੇ ਬੜਾ ਜਸ ਬੜੀ ਵਡਿਆਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ। ਹਰ ਪਹਿ ਧਨ ਕੋ ਸ਼ਰਧਾ ਨਾਲ। ਬਾਦਸ਼ਾਹ ਔਰੰਗਜ਼ੇਬ ਨੇ ਬੜੇ ਲਹਿਜੇ ਦੀਆਂ ਗੱਲਾਂ ਕਹੀਆਂ ਵੀ ਤੁਹਾਡੇ ਪਾਸ ਮਾਇਆ ਵੀ ਬੜੇ ਪਦਾਰਥ ਵੀ ਦੇ ਲੋ ਕਿਤਨੇ ਸੇਵਕ ਦਾਸ ਆਪਣੇ ਆਪ ਹੀ ਲੈ ਕਰਕੇ ਹਾਜ਼ਰ ਹੋ ਜਾਂਦੇ ਹਨ। ਸੁਣ ਸ਼੍ਰੀ ਰਾਮ ਰਾਏ ਪੁਨ ਕਹਿਓ। ਸੁਣ ਕਰਕੇ ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿੱਚ ਬੜਾ ਗੁੱਸਾ ਪੈਦਾ ਹੋ ਗਿਆ ਸੀ। ਪਿਤ ਕੋ ਸਭ ਸਮਾਜ ਤਿਨ ਲਹਿਓ। ਕਹਿ ਲੱਗਿਆ ਬਾਦਸ਼ਾਹ ਔਰੰਗਜ਼ੇਬ ਦੇਖ ਮੇਰੇ ਛੋਟੇ ਵੀਰ ਨੇ ਗੁਰੂ ਪਿਤਾ ਦਾ ਸਾਰਾ ਹੀ ਸਾਜਾ ਸਮਾਜ ਸਾਰੀ ਸਮਗਰੀ ਆਪ ਹੀ ਸੰਭਾਲ ਲਈ ਹੈ। ਦੁਐ ਬਿੰਸਤ ਛਤ ਬਲੀ ਤੁਰੰਗ। ਦੇਖੋ 2200 ਕੋੜ ਸਵਾਰ ਜੋਧੇ ਸੂਰਮੇ ਉਹਨਾਂ ਦੇ ਆਲੇ ਦੁਆਲੇ ਕਿਵੇਂ ਸਾਜਤਰ ਬਾਜਤਰ ਸਜਾ ਕਰਕੇ ਖੜੇ ਰਹਿੰਦੇ ਹਨ। ਬਹੁਤ ਸਮਾਜ ਅਪਰ ਤਿਨ ਸੰਗ। ਜੋ ਵੀ ਗੁਰੂ ਪਿਤਾ ਦਾ ਬੜਾ ਹੋਰ ਵੀ ਸਾਜੋ ਸਮਾਜ ਕੀਰਤਪੁਰ ਦੇ ਵਿੱਚ ਬਣਾਇਆ ਹੋਇਆ ਸੀ। ਸਿਅੰਦਨ ਸਿਵਕਾ ਬਾਹਨ ਕਨੀ। ਇਸੇ ਤਰ੍ਹਾਂ ਮਹਿੰਗੇ ਮਹਿੰਗੇ ਘੋੜੇ ਸੋਹਣੀਆਂ ਸੋਹਣੀਆਂ ਪਾਲਕੀਆਂ ਰਥ ਜੋ ਵੀ ਚੜ੍ਹਨ ਦੇ ਲਈ ਗੁਰੂ ਪਿਤਾ ਨੇ ਆਪ ਤਿਆਰ ਕੀਤੇ ਹੋਏ ਸਨ। ਸਾਧਨ ਸਮਗਰੀ ਕੋ ਸਭ ਗਿਨੀ। ਜੋ ਹੈ ਗੁਰੂ ਘਰ ਦੀ ਸਮਗਰੀ ਜੋ ਸਮਾਨ ਉਹਦੀ ਤਾਂ ਕੋਈ ਗਿਣਤੀ ਨਹੀਂ ਨਾ ਕੀਤੀ ਜਾ ਸਕਦੀ ਵੀ ਕਿਤਨਾ ਲੰਗਰ ਦਾ ਸਮਾਨ ਘੋੜੇ ਔਰ ਰਥ ਬੜੀ ਮਾਇਆ ਜੋ ਵੀ ਸੰਗਤਾਂ ਦੇ ਵੱਲੋਂ ਆਉਂਦੀ ਸੀ। ਅਨਕ ਪਦਾਰਥ ਪਿਤ ਕੇ ਲੀਨੀ। ਅਨੇਕਾਂ ਹੀ ਪਦਾਰਥ ਮੇਰੇ ਛੋਟੇ ਵੀਰ ਨੇ ਗੁਰੂ ਪਿਤਾ ਦੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ ਹਨ। ਮੁਝ ਕੋ ਸਭ ਤੇ ਖਾਰਜ ਕੀਨੀ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਵੀ ਮੈਨੂੰ ਤਾਂ ਸਾਰੇ ਪੱਖਾਂ ਤੋਂ ਬਿਲਕੁਲ ਖਾਰਜ ਹੀ ਕਰ ਦਿੱਤਾ ਹੈ। ਅਬ ਦਿੱਲੀ ਪੁਰ ਸੰਗਤ ਸੇਵਾ। ਦੇਖੋ ਹੁਣ ਦਿੱਲੀ ਸ਼ਹਿਰ ਦੇ ਵਿੱਚ ਆਉਣ ਦੇ ਨਾਲ ਹੀ
ਸੰਗਤਾਂ ਕਿਵੇਂ ਉਹਨਾਂ ਦੀ ਸੇਵਾ ਕਰਨ ਲੱਗ ਪਈਆਂ ਹਨ। ਸਭ ਕੋ ਆਨ ਬਣਿਓ ਗੁਰ ਦੀਵਾ। ਜੋ ਵੀ ਪ੍ਰੇਮੀ ਦਿੱਲੀ ਸ਼ਹਿਰ ਦੇ ਵਿੱਚ ਵਸਣ ਵਾਲੇ ਨੇ, ਸਾਰਿਆਂ ਦਾ ਆਪ ਹੀ ਗੁਰਦੇਵ ਬਣ ਕਰਕੇ ਬੈਠ ਗਏ ਹਨ। ਆਪਰ ਕਹਾਂ ਲੱਗ ਕਹਿ ਕਨੀਰੀ। ਬਾਬਾ ਰਾਮ ਰਾਏ ਜੀ ਕਹਿਣ ਲੱਗਿਆ ਵੀ ਹੋਰ ਤੁਹਾਨੂੰ ਹੁਣ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਗਿਣ ਕਰਕੇ ਦੱਸ ਸਕਦਾ ਹਾਂ। ਨਹਿ ਆਸ਼ ਐਸ਼ ਵਰਜ ਚਾਹਤੋ ਮੇਰੀ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਮੇਰਾ ਨਾਂ ਜਿਹੜਾ ਵਧਿਆ ਹੋਇਆ ਐਸ਼ਵਰਜ ਜੋ ਵੀ ਬੈਪੂਤੀ ਹੈ, ਸੰਗਤਾਂ ਦੇ ਵਿੱਚ ਵਧੀ ਹੋਈ ਵਡਿਆਈ ਸੋਭਾ ਨੂੰ ਕਦੇ ਵੀ ਇਹ ਦੇਖਣਾ ਨਹੀਂ ਚਾਹੁੰਦੇ ਹਨ। ਸਭ ਵਿਦ ਸੋ ਮੇਰੋ ਅਧਿਕਾਰਾ। ਜਿਸ ਗੁਰਤਾ ਗੱਦੀ ਇਤਨੇ ਵੱਡੇ ਐਸ਼ਵਰਜ ਪ੍ਰਾਪਤ ਕਰਨ ਦਾ ਅਧਿਕਾਰ ਇਹ ਮੇਰਾ ਹੀ ਬਣਿਆ ਹੋਇਆ ਸੀ। ਅਬ ਲਓ ਜਹ ਕਹਿ ਕਰਤ ਸੰਭਾਰਾ। ਹੁਣ ਵੀ ਦੇਖੋ ਜਿੱਥੇ ਕਿਤੇ ਜਾਂਦੇ ਨੇ ਉੱਥੇ ਹੀ ਸੰਗਤਾਂ ਨੂੰ ਆਪਣੇ ਪਿੱਛੇ ਲਗਾ ਰਹੇ ਹਨ। ਸੁਣ ਕੇ ਸ਼ਾਹੋ ਸਭਾ ਸਭ ਕਹੀ। ਸੁਣ ਕਰਕੇ ਜਿਹੜੀ ਪਰੀ ਕਚਹਿਰੀ ਦੇ ਵਿੱਚ ਜੋ ਵੀ ਵੱਡੇ ਵੱਡੇ ਸੂਬੇ ਐਲਕਾਰ ਬਾਦਸ਼ਾਹ ਆ ਵੀ ਕਹਿਣ ਲੱਗਿਆ ਸੀ। ਤੁਮ ਜੇਠੇ ਕੋ ਛਿਮਾ ਸੋ ਚਹੀ। ਕਹਿ ਲੱਗਿਆ ਵੀ ਦੇਖੋ ਤੁਸੀਂ ਉਮਰ ਦੇ ਵਿੱਚ ਹੈਗੇ ਉਹਨਾਂ ਦੇ ਨਾਲੋਂ ਵੱਡੇ, ਤੁਹਾਡੇ ਮਨ ਦੇ ਅੰਦਰ ਬੜੀ ਖਿਮਾ ਬੜੀ ਤੀਰ ਉਜਲ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਹੋਣੀ ਚਾਹੀਦੀ ਹੈ। ਸਭ ਨੇ ਕਹਿ ਨੀਕੇ ਸਮਝਾਇਓ। ਭਾਵੇਂ ਸਾਰਿਆਂ ਨੇ ਬਿਠਾ ਕਰਕੇ ਬਾਬਾ ਰਾਮ ਰਾਏ ਜੀ ਨੂੰ ਬੜਾ ਸਮਝਾਉਣ ਦਾ ਯਤਨ ਵੀ ਕੀਤਾ ਸੀ। ਮਤ ਸਰ ਕਰਤ ਨ ਕਿਸ ਕੋ ਪਾਇਓ। ਜਿਹੜੀ ਈਰਖਾ ਵਕੀਲੀ ਮਨ ਦੇ ਵਿੱਚ ਪੈਦਾ ਹੋ ਗਈ ਉਸ ਨੂੰ ਪਰੀ ਸਭਾ ਦੇ ਵਿੱਚ ਕਿਸੇ ਨੇ ਵੀ ਚੰਗਾ ਨਹੀਂ ਮੰਨਿਆ ਹੈ। ਸਭਾ ਵਿਖੇ ਐਮ ਭਾ ਬਿਰਤਾਂਤ। ਜਦੋਂ ਇਹ ਸਾਰੀ ਵਾਰਤਾ ਪਰੀ ਕਚਹਿਰੀ ਦੇ ਵਿੱਚ ਹੋ ਗਈ ਹੈ, ਕਹਿਤ ਸੁਨਤ ਸਭ ਨਿਜ ਘਰ ਜਾਤ। ਜਦੋਂ ਕਚਹਿਰੀ ਬਰਖਾਸਤ ਹੋ ਗਈ, ਵੱਡੇ ਵੱਡੇ ਸੂਬੇ ਵੱਡੇ ਵੱਡੇ ਹਲਕਾਰ ਆਪੋ ਆਪਣੀਆਂ ਹਵੇਲੀਆਂ ਦੇ ਵਿੱਚ ਵਾਪਸ ਚਲੇ ਗਏ ਹਨ। ਫਸਰਿਓ ਪੁਰ ਮਹਿ ਜਹ ਕਹਿ ਭਾਖਤ। ਜਿਹੜੇ ਹੋ ਜੇ ਸ਼ਰਾਬ ਦੇ ਕਹੇ ਹੋਏ ਬਚਨ ਬਾਬਾ ਰਾਮ ਰਾਏ ਜੀ ਦੇ, ਇਹ ਤਾਂ ਹੁਣ ਦਿੱਲੀ ਸ਼ਹਿਰ ਦੇ ਵਿੱਚ ਚਾਰੇ ਪਾਸੇ ਸੰਗਤਾਂ ਦੇ ਵਿੱਚ ਪਤਾ ਲੱਗ ਚੁੱਕਿਆ ਸੀ। ਦੋਨੋਂ ਪੱਖਨ ਕਹੋ ਸਿੱਖ ਰਾਖਤ। ਜਿਹੜੇ ਗੁਰ ਸਿੱਖ ਪ੍ਰੇਮੀ ਹੋ ਆਪੋ ਆਪਣੇ ਪੱਖ ਦੀਆਂ ਬੜੀਆਂ ਗੱਲਾਂ ਬਾਤਾਂ ਬੈਠ ਕਰਕੇ ਥਾਂ ਥਾਂ 'ਤੇ ਕਰਨ ਲੱਗ ਪਏ ਹਨ। ਕੋ ਕਹਿ ਸ਼੍ਰੀ ਹਰਿ ਕ੍ਰਿਸ਼ਨ ਵਡੇਰੀ। ਬੜੇ ਜਿਹੜੇ ਗੁਰਮੁਖ ਧਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਆਪਣੇ ਵੱਲੋਂ ਬਹੁਤ ਵੱਡਾ ਕਹਿੰਦੇ ਹਨ। ਥਿਤ ਗਾਦੀ ਪਰ ਗੁਣ ਬਹੁਤ ਤੇਰੀ। ਉਹ ਕਹਿੰਦੇ ਨੇ ਵੀ ਗੁਰਤਾ ਗੱਦੀ ਬਾਲਾ ਪ੍ਰੀਤਮ ਨੂੰ ਪ੍ਰਾਪਤ ਹੋਈ ਹੈ। ਇਹਨਾਂ ਦੇ ਸਮਾਨ ਬਾਬਾ ਰਾਮ ਰਾਏ ਜੀ ਕਿਵੇਂ ਬਣ ਸਕਦੇ ਹਨ। ਛਿਮਾ ਆਦ ਤਿਨਹੂ ਮਹਿ ਪਈਅਤ। ਜੋ ਖਿਮਾ ਹੈ, ਧੀਰਜ ਹੈ, ਸਤ ਹੈ, ਸੰਤੋਖ ਹੈ, ਇਹੋ ਜਿਹੇ ਗੁਣ ਸਾਰੇ ਹੀ ਤਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਅੰਦਰ ਹੀ ਪਾਏ ਜਾਂਦੇ ਹਨ। ਕਰਾਮਾਤ ਮਹਿ ਅਧਿਕ ਲਖਈਅਤ। ਬੜੀ ਕਰਾਮਾਤ ਸ਼ਕਤੀਆਂ ਦੇ ਆਪ ਮਾਲਕ ਬਣ ਚੁੱਕੇ ਹਨ। ਕੋ ਕਹਿ ਰਾਮ ਰਾਏ ਵੱਡ ਆਨੰਦ। ਜਿਹੜੇ ਹੁਣ ਬਾਬਾ ਰਾਮ ਰਾਏ ਜੀ ਦੇ ਪਾਸ ਜਾਣ ਵਾਲੇ ਗੁਰਮੁਖ, ਉਹ ਬਾਬਾ ਰਾਮ ਰਾਏ ਜੀ ਨੂੰ ਆਪਣੇ ਵੱਲੋਂ ਵੱਡਾ ਕਹੀ ਜਾਂਦੇ ਹਨ। ਕਰਾਮਾਤ ਦਿਖ ਰਾਏ ਬਿਲੰਦ। ਉਹ ਇੱਕ ਦੂਜੇ ਦੇ ਨਾਲ ਮਿਲ ਕਰਕੇ ਬੜੀ ਬਹਿਸ ਵੀ ਕਰਨ ਲੱਗ ਜਾਂਦੇ ਹਨ ਵੀ ਦੇਖੋ ਬਾਬਾ ਰਾਮ ਰਾਏ ਜੀ ਨੇ ਹੁਣ ਤੱਕ ਕਿਤਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਸ਼ਕਤੀਆਂ ਬਾਦਸ਼ਾਹ ਨੂੰ ਦਿਖਾ ਦਿੱਤੀਆਂ ਹਨ। ਇਤਿਆਦਿਕ ਸਿੱਖ ਝਗੜਾ ਪਾਈ। ਬਾਬਾ ਰਾਮ ਰਾਏ ਜੀ ਦੇ ਸੁਣ ਕਰਕੇ ਬਚਨਾਂ ਨੂੰ ਸੰਗਤਾਂ ਦੇ ਵਿੱਚ ਤਾਂ ਥਾਂ ਥਾਂ 'ਤੇ ਬੜੇ ਝਗੜੇ ਹੋਣ ਲੱਗ ਪਏ ਹਨ। ਭਾਖੈ ਲਗਤਾ ਅਰ ਵਡਿਆਈ। ਇੱਕ ਦੂਜੇ ਨੂੰ ਮਿਲ ਕਰਕੇ ਕੋਈ ਬਾਬਾ ਰਾਮ ਰਾਏ ਜੀ ਨੂੰ ਵੱਡਾ ਕਹਿੰਦਾ, ਜਿਹੜੇ
ਸ਼ਰਧਾਲੂ ਪ੍ਰੇਮੀ ਉਹ ਬਾਲਾ ਪ੍ਰੀਤਮ ਦਾ ਜਸ ਆਪਣੀ ਰਸਨਾ ਤੋਂ ਕਹਿਣ ਲੱਗ ਜਾਂਦੇ ਹਨ। ਤੋ ਗੁਰੂ ਹਰਿ ਕ੍ਰਿਸ਼ਨ ਮਹਾਨਾ। ਪਰ ਫਿਰ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸੇ ਤਰ੍ਹਾਂ ਬੈ ਪਰਵਾਹੀ ਦੇ ਵਿੱਚ ਹੀ ਵਿਚਰਦੇ ਹਨ। ਉਦੈ ਹੋਤ ਨਿਤ ਭਾਨ ਸਮਾਨਾ। ਜਿਵੇਂ ਚੜ੍ਹਦੇ ਸੂਰਜ ਦੀ ਰੋਸ਼ਨੀ ਪਹਿਲਾਂ ਤਾਂ ਹੁੰਦੀ ਹੈ ਘੱਟ, ਜਿਵੇਂ ਜਿਵੇਂ ਦਿਨ ਵਧੀ ਜਾਂਦਾ ਕਿਤਨਾ ਤੇਜ ਕਿਤਨੀ ਰੋਸ਼ਨੀ ਆਪਣੇ ਆਪ ਹੀ ਸਾਰੀ ਧਰਤੀ ਦੇ ਉੱਪਰ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜਿਹੜਾ ਤੇਜ ਪ੍ਰਤਾਪ ਸੰਗਤਾਂ ਦੇ ਵਿੱਚ ਰੋਜ਼ਾਨਾ ਆਪਣੇ ਆਪ ਹੀ ਬੜਾ ਵਧਣ ਲੱਗ ਪਿਆ ਸੀ। ਨਿੰਦਕ ਸਮ ਉਲੋਕ ਦੁਖ ਪਾਵਤ। ਜਿਹੜੇ ਨਿੰਦਕ ਉੱਲੂਆਂ ਦੇ ਸਮਾਨ ਉਹ ਦੇ ਕਰਕੇ ਵਡਿਆਈ ਜਸ ਸੋਭਾ ਮਨ ਦੇ ਵਿੱਚ ਬੜੇ ਦੁਖੀ ਹੋ ਰਹੇ ਹਨ। ਸਿੱਖ ਤਾਮ ਰਸ ਬਿਕਸ ਸੁਹਾਵਤ। ਜਿਵੇਂ ਸੂਰਜ ਚੜਿਆ ਨਹੀਂ ਫੁਲਵਾੜੀਆਂ ਦੇ ਵਿੱਚ ਵੱਡੇ ਵੱਡੇ ਗੁਲਾਬ ਦੇ ਫੁੱਲ ਦੇਖੋ ਕਿਵੇਂ ਆਪਣੇ ਆਪ ਹੀ ਖੇੜੇ ਦੇ ਵਿੱਚ ਆ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਨੇ ਪ੍ਰੇਮੀ ਭਾਵਨਾ ਵਾਲੇ ਗੁਰਮੁਖ ਉਹਨਾਂ ਦੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੋਣ ਲੱਗ ਪਿਆ ਸੀ। ਜਹ ਕਹੇ ਹੋਤ ਵੱਡੀ ਵਡਿਆਈ। ਥਾਂ ਥਾਂ ਤੇ ਬਾਲਾ ਪ੍ਰੀਤਮ ਦੀ ਬਹੁਤ ਵੱਡੀ ਵਡਿਆਈ ਸੰਗਤਾਂ ਦੇ ਵਿੱਚ ਹੋਣ ਲੱਗ ਪਈ ਹੈ। ਇਤਿਆਦਿਕ ਗੁਣ ਲਖ ਸਮੁਦਾਈ। ਜਿਨ੍ਹਾਂ ਜਿਨ੍ਹਾਂ ਗੁਰ ਸਿੱਖਾਂ ਨੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦੇਵੀ ਗੁਣਾਂ ਨੂੰ ਆਪਣੇ ਆਪ ਹੀ ਮਨਾਂ ਦੇ ਅੰਦਰ ਜਾਣ ਲਿਆ ਸੀ। ਹਰੀ ਭੀਰ ਰਹਿ ਸਤਿਗੁਰ ਦੁਆਰੀ। ਸਤਿਗੁਰੂ ਜੀ ਦੇ ਦਰਵਾਜ਼ੇ ਅੱਗੇ ਦੁਖੀ ਲੋਕਾਂ ਦੀ ਹਰ ਵਕਤ ਬੜੀ ਭੀੜ ਲੱਗੀ ਰਹਿੰਦੀ ਹੈ। ਹੋਏ ਅਰੁਜ ਅਨ ਹੈ ਉਪਹਾਰੀ। ਜਿਨ੍ਹਾਂ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਵੱਡੇ ਵੱਡੇ ਰੋਗ, ਕਿਸੇ ਦਾ ਬੁਖਾਰ ਹੈ, ਕਈਆਂ ਦੀ ਜਿਹੜੀ ਹੈਜੇ ਦੀ ਬਿਮਾਰੀ ਉਹ ਵੀ ਦਰਸ਼ਨ ਕਰਨ ਦੇ ਨਾਲ ਦੂਰ ਹੋ ਗਈ। ਉਹ ਫਿਰ ਆਪੋ ਆਪਣੇ ਘਰਾਂ 'ਚੋਂ ਬੜੀਆਂ ਭੇਟਾਵਾਂ ਲੈ ਕਰਕੇ ਰੋਜ਼ਾਨਾ ਹਾਜ਼ਰ ਹੋਣ ਲੱਗ ਪਏ ਹਨ। ਬੰਦ ਹੈ ਬੋਲ ਹੈ ਵੱਡ ਵਡਿਆਈ। ਉਹ ਸਤਿਗੁਰੂ ਜੀ ਦੇ ਪਾਸ ਹਾਜ਼ਰ ਹੋ ਕਰਕੇ ਆਪਣੀ ਰਸਨਾ ਤੋਂ ਬੜੀ ਵਡਿਆਈ ਸੋਭਾ ਵੀ ਕਰਨ ਲੱਗ ਪਏ ਹਨ। ਜਪ ਹੈ ਨਾਮ ਦਰਸ ਹੈ ਸੁਖ ਪਾਈ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਨਾਮ ਜਪਦਿਆਂ ਬੜੇ ਸੁੱਖ ਪ੍ਰਾਪਤ ਕਰ ਲਏ ਹਨ। ਦੋਹਰਾ ਅਗਲੀ ਭਈ ਪ੍ਰਭਾਤ ਜਬ ਸੌਚ ਸਮੇਤ ਇਸ਼ਨਾਨ। ਜਦੋਂ ਅਗਲੇ ਦਿਨ ਦੀ ਪ੍ਰਭਾਤ ਅਗਲੇ ਦਿਨ ਦਾ ਪਉ ਫਟਾਲਾ ਹੋ ਗਿਆ ਸੀ। ਘਰ ਬੈਠੇ ਸ੍ਰੀ ਸਤਿਗੁਰੂ ਜਿਨ ਦਰਸ਼ਨ ਸੁਖ ਖਾਨ। ਬਾਲਾ ਪ੍ਰੀਤਮ ਨੇ ਵੀ ਸੰਗਤਾਂ ਦੇ ਵਿੱਚ ਦੀਵਾਨ ਸਜਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਚੌਪਈ ਆਦ ਗੁਰਬਖਸ਼ ਮਸੰਦ ਬਿਲੰਦ। ਜਿਹੜੇ ਵੱਡੇ ਮਸੰਦ ਭਾਈ ਗੁਰਬਖਸ਼ ਵਰਗੇ ਦਿੱਲੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਸੀ। ਹਰ ਪੁਰਖੀ ਸਿੱਖ ਸੇਵਕ ਬ੍ਰਿੰਦ। ਹੋਰ ਵੀ ਪ੍ਰੇਮੀਆਂ ਨੇ ਜੋ ਗੁਰ ਸਿੱਖੀ ਧਾਰਨ ਕੀਤੀ ਹੋਈ ਹੈ। ਸਭ ਮਿਲ ਕਰ ਦਰਸ਼ਨ ਕੋ ਆਈ। ਭਾਈ ਗੁਰਬਖਸ਼ ਮਸੰਦ ਦੇ ਸਮੇਤ ਸਿਆਣੇ ਸਿਆਣੇ ਪ੍ਰੇਮੀ ਸੇਵਕ ਦਾਸ ਜਦੋਂ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ। ਕਰ ਜੋਰ ਹੈ ਪਗ ਸੀਸ ਨਿਵਾਈ। ਦੋਵੇਂ ਹੱਥ ਜੋੜ ਕਰਕੇ ਸਾਰੇ ਪ੍ਰੇਮੀਆਂ ਨੇ ਨਿੱਕੇ ਨਿੱਕੇ ਕੋਮਲ ਚਰਨਾਂ ਦੇ ਉੱਪਰ ਆ ਕਰਕੇ ਨਮਸਕਾਰ ਕਰ ਦਿੱਤੀ ਹੈ। ਦਰਸ਼ਨ ਪਰ ਹੋਬਤ ਬਲਿਹਾਰੀ। ਦਰਸ਼ਨ ਕਰਨ ਦੇ ਨਾਲ ਸੰਗਤਾਂ ਪ੍ਰੇਮੀ ਬਲਿਹਾਰ ਕੁਰਬਾਨ ਜਾਂਦੀਆਂ ਹਨ। ਹੋਰ ਸ਼ਰਧਾ ਧਰ ਕਰ ਨਰ ਨਾਰੀ। ਬੜੇ ਜਿਹੜੇ ਪ੍ਰੇਮੀ ਮਨ ਦੇ ਵਿੱਚ ਸ਼ਰਧਾ ਭਾਵਨਾ ਨੂੰ ਧਾਰਨ ਕਰਨ ਵਾਲੇ ਹਨ। ਬਾਲ ਆਰਬਲ ਮਾਧੁਰ ਮੂਰਤ। ਸਾਰੇ ਕਹਿੰਦੇ ਨੇ ਵੀ ਸਤਿਗੁਰੂ ਜੀ ਦੀ ਭਾਵੇਂ ਅਜੇ ਉਹ ਬਾਲਕ ਅਵਸਥਾ ਹੈ, ਪਰ ਜਿਹੜੀ ਸੁੰਦਰ ਮੋਹਣੀ ਮੂਰਤ ਇਹਦੀ ਤਾਂ ਹਰੇਕ ਦੇ ਮਨ ਦੇ ਵਿੱਚ ਦੇਖੋ ਕਿਵੇਂ ਬੜੀ ਖਿੱਚ
ਪੈਦਾ ਹੋਣ ਲੱਗ ਪਈ ਹੈ। ਦਿਪਤ ਵਿਭੂਖਨ ਸੁੰਦਰ ਸੂਰਤ, ਛੋਟੇ ਸਰੀਰ ਦੇ ਉੱਪਰ ਪਾਏ ਹੋਏ ਨਿੱਕੇ ਨਿੱਕੇ ਗਹਿਣੇ ਉਹ ਵੀ ਬੜੇ ਸੁੰਦਰ ਲੱਗਦੇ ਹਨ। ਚਪਲ ਬਿਲੋਚਨ ਬੋਲਤ ਬਾਤੀ, ਜਦੋਂ ਵੀ ਕਿਤੇ ਬਾਲਾ ਪ੍ਰੀਤਮ ਆਪਣੀ ਰਸਨਾ ਤੋਂ ਬਚਨ ਕਰਦਿਆਂ ਨੇਤਰਾਂ ਨੂੰ ਵੀ ਇੱਧਰ ਉੱਧਰ ਕਰਦੇ ਹਨ। ਦੰਤ ਪੰਕਤੀ ਹੀਰਨ ਕ੍ਰਾਂਤੀ, ਜਿਹੜੇ ਨੂਰਾਨੀ ਚਿਹਰੇ ਦੇ ਵਿੱਚ ਨਿੱਕੇ ਨਿੱਕੇ ਦੰਦ ਉਹ ਵੀ ਹੀਰੇ ਮੋਤੀਆਂ ਦੇ ਸਮਾਨ ਚਮਕਣ ਲੱਗ ਜਾਂਦੇ ਹਨ। ਜਿਸ ਦਿਸ਼ ਦੇਖਤ ਦ੍ਰਿਗਨ ਚਲਾਈ, ਜਿਸ ਦਿਸ਼ਾ ਦੇ ਵੱਲ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਦ੍ਰਿਸ਼ਟੀ ਪਾਇਆ ਕਰਦੇ ਸਨ। ਰੋਜ ਹਰ ਜਨ ਅੰਮ੍ਰਿਤ ਬਰਖਾਈ, ਵੱਡੇ ਵੱਡੇ ਲੋਕਾਂ ਦੀਆਂ ਜਿਹੜੀਆਂ ਬਿਮਾਰੀਆਂ ਬੜੇ ਭਿਆਨਕ ਰੋਗਾਂ ਦਾ ਕਰਕੇ ਨਾਸ ਮਾਨੋ ਸੰਗਤਾਂ ਦੇ ਵਿੱਚ ਅੰਮ੍ਰਿਤ ਦੀ ਜੜੀ ਵਰਖਾ ਹੀ ਕਰ ਦਿੰਦੇ ਹਨ। ਧੰਨ ਗੁਰੂ ਗੁਰ ਧੰਨ ਉਚਾਰੈ, ਜਿਨ੍ਹਾਂ ਦੀਆਂ ਭਿਆਨਕ ਵਿਆਧੀਆਂ ਬੜੀਆਂ ਬਿਮਾਰੀਆਂ ਦੂਰ ਹੋ ਗਈਆਂ, ਉਹ ਫਿਰ ਧੰਨ ਨੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਨੇ ਬਾਲਾ ਪ੍ਰੀਤਮ, ਉਹ ਵਡਿਆਈ ਕਰਦਿਆਂ ਹੋਇਆ ਕਦੇ ਥੱਕਦੇ ਵੀ ਨਹੀਂ ਹਨ। ਸੁਖਦ ਸੁਸ਼ੀਲ ਸਿੱਖ ਹਿਤ ਕਰੈ, ਗੁਰ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਦੇ ਚਰਨਾਂ 'ਚੋਂ ਸਾਨੂੰ ਪਤਾ ਨਹੀਂ ਕਿਤਨੇ ਸੁੱਖ ਕਿਤਨੀਆਂ ਜਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣੀਆਂ ਹਨ। ਤਿਸ ਛਿਨ ਮਹਿ ਗੁਰ ਬਖਸ਼ ਮਸੰਦ, ਉਸ ਵਕਤ ਪਾਈ ਗੁਰਬਖਸ਼ ਨਾਮ ਕਰਕੇ ਜਿਹੜਾ ਦਿੱਲੀ ਸ਼ਹਿਰ ਦੀਆਂ ਸੰਗਤਾਂ ਦਾ ਮਹਾਰਾਜ ਨੇ ਆਪਣੇ ਵੱਲੋਂ ਮਸੰਦ ਥਾਪਿਆ ਹੋਇਆ ਸੀ। ਬੋਲਿਓ ਬਾਕ ਹੱਥ ਜੁਗ ਬੰਦ, ਇਹਨੇ ਦੋਵੇਂ ਹੱਥ ਜੋੜ ਕਰਕੇ ਬਾਲਾ ਪ੍ਰੀਤਮ ਦੇ ਅੱਗੇ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਹੈ। ਪੁਰ ਮਹਿ ਬਿਦਤ ਬਿਲੰਦ ਬਿਰਤਾਂਤ, ਐ ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਜਿਹੜਾ ਬਿਰਤਾਂਤ, ਇਹ ਜਿਹੜੀ ਗੱਲ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਵੀ ਚਾਰੇ ਪਾਸੇ ਲੋਕਾਂ ਦੇ ਵਿੱਚ ਫੈਲ ਚੁੱਕੀ ਹੈ। ਮਿਲ ਮਿਲ ਕਰਤ ਪਰਸ ਪਰ ਬਾਤ, ਰਸਤੇ ਦੇ ਵਿੱਚ ਮੈਂ ਬੜੇ ਲੋਕਾਂ ਦੇ ਪਾਸੋਂ ਇਹੋ ਜਿਹੀਆਂ ਗੱਲਾਂ ਆਪਣੇ ਕੰਨਾਂ ਦੇ ਨਾਲ ਵੀ ਸੁਣ ਲਈਆਂ ਹਨ। ਨੌਰੰਗ ਸ਼ਾਹੋ ਸਭਾ ਮਹਿ ਕਾਲੀ, ਕੱਲ ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਕਚਹਿਰੀ ਲਗਾਈ ਹੋਈ ਸੀ, ਜ਼ਿਕਰ ਆਪ ਕੋ ਭਇਓ ਵਿਸਾਲੀ, ਪਰੀ ਸਭਾ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਆਪ ਜੀ ਦਾ ਜ਼ਿਕਰ, ਆਪ ਦੀ ਵਡਿਆਈ ਸੋਭਾ ਵੱਡੇ ਵੱਡੇ ਐਲਕਾਰਾਂ ਵੱਡੇ ਵੱਡੇ ਸੂਬਿਆਂ ਦੇ ਪਾਸ ਕਰ ਦਿੱਤੀ ਸੀ। ਵੱਡੋ ਭਰਾਤ ਤੁਮਰੋ ਤਹ ਗਇਓ, ਸੱਚੇ ਪਾਤਸ਼ਾਹ ਗਰੀਬਾਂ ਨਵਾਜ ਉੱਥੇ ਫਿਰ ਆਪਦੇ ਵੱਡੇ ਭਰਾ ਬਾਬਾ ਰਾਮ ਰਾਏ ਜੀ ਵੀ ਪਹੁੰਚ ਗਏ ਸਨ। ਜ਼ਿਕਰ ਆਪ ਕੋ ਭਇਓ ਵਿਸਾਲੀ, ਜਦੋਂ ਭਰੀ ਸਭਾ ਦੇ ਵਿੱਚ ਬੜਾ ਪਦਾ ਜ਼ਿਕਰ, ਬੜੀ ਜਿਹੜੀ ਵਡਿਆਈ ਕਚਹਿਰੀ ਦੇ ਵਿੱਚ ਬੈਠਣ ਵਾਲੇ ਸਾਰੀ ਰਸਨਾ ਤੋਂ ਕਰਨ ਲੱਗ ਪਏ ਸਨ। ਤਿੰਨ ਪੀ ਕਹਿਨ ਸੁਨਨ ਬਹੁ ਕੀਓ, ਉਸ ਸਮੇਂ ਬਾਬਾ ਰਾਮ ਰਾਏ ਜੀ ਨੇ ਵੀ ਆਪਣੇ ਵੱਲੋਂ ਬੜੇ ਹੋ ਜੇ ਬਚਨ ਬਿਲਾਸ ਕੀਤਾ ਸੀ। ਉਤੋ ਬੀਚ ਤਹ ਜੈਪੁਰ ਨਾਥ, ਮਹਾਰਾਜ ਉਸ ਵਕਤ ਮੈਨੂੰ ਪਤਾ ਲੱਗਿਆ ਵੀ ਰਾਜਾ ਜੈ ਸਿੰਘ ਇਹ ਵੀ ਕਚਹਿਰੀ ਦੇ ਵਿੱਚ ਹੀ ਬੈਠਾ ਸੀ। ਸੁਣੀ ਹੋਏਗੀ ਸਗਲੀ ਗਾਥ, ਰਾਜਾ ਜੈ ਸਿੰਘ ਨੇ ਉਹ ਜਿਹੜੀ ਗਾਥਾ, ਉਹ ਵਾਰਤਾ ਆਪ ਹੀ ਸਾਰਿਆਂ ਦੇ ਵਿੱਚ ਬੈਠ ਕਰਕੇ ਸੁਣ ਲਈ ਹੋਵੇਗੀ। ਜਥਾ ਜੋਗ ਸੋ ਕਹਿ ਸੁਨਾਈ, ਰਾਜਾ ਜੈ ਸਿੰਘ ਨੇ ਤਾਂ ਜਿਵੇਂ ਜਥਾ ਜੋਗ ਸੁਣੇ ਹੋਏ ਬਚਨ ਆਪ ਜੀ ਦੇ ਪਾਸ ਹੀ ਦੱਸ ਦੇਣੇ ਹਨ। ਸੁਣੀ ਸੁਨਾਈ ਕਹੀ ਹੈ ਕਾਈ, ਸੱਚੇ ਪਾਤਸ਼ਾਹ ਜੇ ਮੈਂ ਸੰਗਤਾਂ ਦੇ ਪਾਸੋਂ ਸੁਣੀ ਸੁਣਾਈ ਗੱਲ ਆਪ ਜੀ ਦੇ ਪਾਸ ਕਹਿ ਵੀ ਦਿੱਤੀ, ਉਹਦੇ ਵਿੱਚ ਥੋੜਾ ਬਹੁਤਾ ਫਰਕ ਵੀ ਪੈ ਸਕਦਾ ਹੈ। ਏਵ ਵਾਰਤਾਲਾਪ ਕਰੰਤੀ, ਸੱਚੇ ਪਾਤਸ਼ਾਹ ਜਿਹੜੀ ਵਾਰਤਾ ਦਿੱਲੀ ਸ਼ਹਿਰ ਦੇ ਵਿੱਚ ਥਾਂ ਥਾਂ 'ਤੇ ਬੜੇ ਲੋਕ
ਇਕੱਤਰ ਹੋ ਕੇ ਆਪਸ ਵਿੱਚ ਹੀ ਕਰ ਰਹੇ ਹਨ। ਬੋਲੇ ਸਤਿਗੁਰ ਧੀਰਜਵੰਤੀ, ਇਹ ਸੁਣ ਕਰਕੇ ਧੀਰਜ ਧਾਰੀ ਗੰਭੀਰ ਹਿਰਦੇ ਵਾਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਸਾਹਮਣੇ ਇਹ ਬਚਨ ਕਹਿਣ ਲੱਗੇ ਸੀ। ਜਿਮ ਭਾਣਾ ਪਰਮੇਸ਼ਰ ਕੇਰਾ, ਪਾਈ ਗੁਰਬਖਸ਼ ਸਿਆ ਜਿਵੇਂ ਉਸ ਭਗਵਾਨ ਦਾ ਅਕਾਲ ਬੈਰਖੋ ਵੈਗਰੂ ਦਾ ਨਾ ਇਹ ਭਾਣਾ ਹੋਇਆ ਕਰਦਾ ਹੈ। ਹੋਏ ਅਵਸ਼ ਫਿਰੈ ਨਹਿ ਪੇਰਾ, ਪਰਮਾਤਮਾ ਦੀ ਜਿਹੜੀ ਰਜ਼ਾ ਹੈ, ਪ੍ਰਭੂ ਦੀ ਭਾਵੀ ਇਸ ਨੂੰ ਅੱਜ ਤੱਕ ਕਦੇ ਕੋਈ ਦੁਨੀਆ ਦੇ ਵਿੱਚ ਟਾਲ ਨਹੀਂ ਸਕਿਆ ਹੈ। ਕਿਸ ਕੀ ਸਿਆਣਪ ਚਲ ਹੈ ਨਾਹੀ, ਨਾ ਪਰਮਾਤਮਾ ਦੇ ਪਾਣੇ ਦੇ ਵਿੱਚ ਕਿਸੇ ਦੀ ਸਿਆਣਪ, ਨਾ ਇਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਬਲ ਵੀ ਕਦੇ ਨਹੀਂ ਚੱਲੇਗਾ। ਪਚਹਿ ਸਿਆਣੇ ਬੁੱਧ ਬਲ ਮਾਹੀ, ਬੜੇ ਬੁੱਧੀਵਾਨ ਪੁਰਸ਼ਾਂ ਨੇ ਇਸ ਭਾਣੇ ਨੂੰ, ਭਾਵੀ ਨੂੰ ਟਾਲਣ ਵਾਸਤੇ ਆਪਣੇ ਵੱਲੋਂ ਬੜਾ ਉਪਾਅ ਯਤਨ ਵੀ ਕੀਤਾ ਸੀ। ਅੰਗੀਕਾਰ ਸਭਨ ਕਹੁ ਸੋਈ, ਪਰ ਜਿਹੜਾ ਭਾਣੇ ਨੇ ਪਰਮਾਤਮਾ ਭਗਵਾਨ ਦੀ ਰਜ਼ਾ, ਉਹਨੂੰ ਤਾਂ ਹਰੇਕ ਅੰਗੀਕਾਰ ਅਨਾਦਿ ਕਾਲ ਤੋਂ ਹੀ ਕਰਦਾ ਆਇਆ ਹੈ। ਜਿਮ ਰਜਾਏ ਈਸ਼ਵਰ ਕੀ ਹੋਈ, ਜਿਵੇਂ ਉਸ ਈਸ਼ਵਰ ਪਰਮਾਤਮਾ ਦੀ ਰਜ਼ਾ ਹੈ, ਉਸੇ ਤਰ੍ਹਾਂ ਦੇ ਕੌਤੁਕਾ ਮਤਲਬ ਉਹਦੇ ਵਿੱਚ ਵਰਤ ਜਾਂਦੇ ਹਨ। ਸਹਿਜ ਸੁਭਾਇਕ ਹੋਏ ਸੋ ਹੋਈ, ਜਿਹੜੀ ਭਾਵੀ ਹੈ ਜੋ ਪਾਣਾ ਤਾਂ ਸੁਤੇ ਸਿੱਧ ਵਰਤ ਕੇ ਹੀ ਰਹਿੰਦਾ ਹੈ। ਹਰਖ ਹੈ ਹੀਰ ਭਗਤ ਜਨ ਜੋਈ, ਜਿਹੜੇ ਨੇ ਪਰਮਾਤਮਾ ਦੇ ਪੂਰਨ ਭਗਤ, ਰੱਬ ਦੇ ਪਿਆਰੇ, ਉਸ ਦੇ ਭਾਣੇ ਨੂੰ ਨਾ ਉਹਦੀ ਰਜ਼ਾ ਨੂੰ ਦੇ ਕਰਕੇ ਆਪਣੇ ਮਨ ਦੇ ਅੰਦਰ ਬੜੇ ਖੁਸ਼ ਹੋਇਆ ਕਰਦੇ ਹਨ। ਬੇਮੁਖ ਦੋਸ਼ ਆਰੋਪ ਹੈ ਹਰ ਮੈਂ, ਪਰ ਜਿਹੜੇ ਨੇ ਸਾਖਤ ਪਰਮਾਤਮਾ ਤੋਂ ਬੇਮੁਖ, ਉਹ ਫਿਰ ਭਾਵੀ ਨੂੰ ਦੇ ਕਰਕੇ ਬੜੀਆਂ ਇਹੋ ਜਿਹੀਆਂ ਦਲੀਲਾਂ ਤੇ ਬੜੀਆਂ ਆਪਣੇ ਵੱਲੋਂ ਤਰਕਾਂ ਵੀ ਕਰਨ ਲੱਗ ਜਾਂਦੇ ਹਨ। ਲਖੈ ਆਪ ਕੋ ਆਛੋ ਔਰ ਮੈਂ, ਉਹ ਆਪਣੇ ਆਪ ਨੂੰ ਪਰਮਾਤਮਾ ਦੇ ਨਾਲੋਂ ਬਹੁਤਾ ਸਿਆਣਾ, ਬਹੁਤਾ ਵੱਡਾ ਮਨ ਦੇ ਅੰਦਰ ਜਾਣਨ ਲੱਗ ਜਾਂਦੇ ਨੇ। ਜੋ ਪਰ ਲੋਕ ਸੁਧਾਰਿਓ ਚਾਹਤ, ਪਰ ਜਿਹੜੇ ਜਗਿਆਸੂ ਭਾਵਨਾ ਵਾਲੇ, ਜਿਹੜੇ ਪ੍ਰੇਮੀ ਗੁਰ ਸਿੱਖ ਆਪਣੇ ਪਰਲੋਕ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹਨ, ਭਾਨੋ ਮਨ ਪ੍ਰਸੰਨ ਉਮਾਹਤ, ਉਹ ਪਰਮਾਤਮਾ ਦੇ ਪਾਣੇ ਨੂੰ ਮਨ ਕਰਕੇ ਸਦਾ ਦੇ ਲਈ ਆਪਣੇ ਆਨੰਦ ਦੇ ਵਿੱਚ ਹੀ ਵਰਤਦੇ ਹਨ। ਸਤ ਨਾਮ ਕੋ ਸਿਮਰਹਿ ਸਦਾ, ਸਦਾ ਵਾਸਤੇ ਇੱਕ ਪਰਮਾਤਮਾ ਦੀ ਪ੍ਰੇਮਾ ਭਗਤੀ ਔਰ ਪ੍ਰਭੂ ਦਾ ਸਿਮਰਨ ਹੀ ਸਾਰੀ ਜ਼ਿੰਦਗੀ ਕਰਦੇ ਹੋਇਆ ਬਤੀਤ ਕਰ ਲੈਂਦੇ ਹਨ। ਤਨ ਹੰਤਾ ਕੋ ਤਿਆਗ ਹੈ ਤਦਾ, ਤਦੇ ਹੀ ਫਿਰ ਉਹ ਆਪਣੇ ਸਰੀਰ ਦੀ ਜਿਹੜੀ ਹੰਗਤ ਹੈ ਨਾ, ਉਹਨੂੰ ਅੰਦਰੋਂ ਨਾਸ ਕਰ ਸਕਦੇ ਹਨ। ਕੀਤਕ ਦਿਨ ਇਸ ਲੋਕ ਮਝਾਰਾ, ਇਸ ਦੁਨੀਆ ਦੇ ਅੰਦਰ ਤਾਂ ਇਹ ਚਾਰਕ ਦਿਨਾਂ ਦੀ ਜ਼ਿੰਦਗੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਪ੍ਰਾਪਤ ਹੋਈ ਹੈ। ਪੁਨ ਪਹੁੰਚਤ ਹਰ ਪ੍ਰਭ ਕੇ ਦੁਆਰਾ, ਥੋੜਾ ਟਾਈਮ ਮਾਤਲੋ ਦੇ ਵਿੱਚ ਬਤੀਤ ਕਰਕੇ ਫਿਰ ਉਸੇ ਤਰ੍ਹਾਂ ਆਪਣੇ ਉਸ ਪਰਮਾਤਮਾ ਦੇ ਵਿੱਚ ਪਹੁੰਚ ਜਾਂਦੇ ਹਨ। ਪਰਮਾਰਥ ਕਹੋ ਸਦਾ ਸੰਭਾਰਤ, ਜਿਹੜੇ ਉੱਤਮ ਅਧਿਕਾਰੀ ਸ਼ਰਧਾਲੂ ਪ੍ਰੇਮੀ, ਉਹ ਤਾਂ ਇੱਕ ਪਰਮਾਰਥ ਦੇ ਮਾਰਗ ਨੂੰ ਹੀ ਸਦਾ ਵਾਸਤੇ ਸੰਭਾਲਦੇ ਰਹਿੰਦੇ ਨੇ। ਇਸ ਜਗ ਲਾਗ ਜਨਮ ਨਹਿ ਹਾਰਤ, ਇਸ ਦੁਨੀਆ ਦੇ ਵਿੱਚ ਫਸ ਕਰਕੇ ਕਦੇ ਵੀ ਆਪਣਾ ਮਨੁੱਖਾ ਜਨਮ ਹਾਰ ਕਰਕੇ ਪਰਲੋਕ ਨੂੰ ਨਹੀਂ ਜਾਂਦੇ ਹਨ। ਸਤਿਗੁਰ ਅੰਗ ਸੰਗ ਤਿਸ ਰਹੈ, ਉਹਨਾਂ ਗੁਰ ਸਿੱਖਾਂ ਦੇ, ਉਹਨਾਂ ਪ੍ਰੇਮੀਆਂ ਦੇ ਸਤਿਗੁਰੂ ਜੀ ਵੀ ਫਿਰ ਸਦਾ ਵਾਸਤੇ ਅੰਗ ਸੰਗ ਰਹਿੰਦੇ ਹਨ। ਇਮ ਸੋ ਭਵ ਸਾਗਰ ਤਟ ਲਹੈ, ਇਹੋ ਜਿਹੜੇ ਸ਼ਰਧਾਲੂ ਪ੍ਰੇਮੀ ਗੁਰ ਸਿੱਖ ਜਿਨ੍ਹਾਂ ਨੂੰ ਪਰਮਾਤਮਾ ਦਾ ਭਾਣਾ
ਮਨ ਦੇ ਅੰਦਰ ਸਦਾ ਵਾਸਤੇ ਮਿੱਠਾ ਲੱਗਦਾ ਹੈ। ਉਹ ਬੰਦਗੀ ਔਰ ਭਗਤੀ ਕਰਦਿਆਂ ਪਰਲੋਕ ਦੇ ਪਾਰਲੇ ਕਿਨਾਰੇ ਪਹੁੰਚ ਜਾਂਦੇ ਹਨ। ਹੁਣ ਜਿਸ ਪ੍ਰਕਾਰ ਬਾਲਾ ਪ੍ਰੀਤਮ ਨੇ ਆਪਣੇ ਵੱਲੋਂ ਸਾਰਿਆਂ ਨੂੰ ਸਮਝਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਹ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਚਾਤੁਰ ਘਟੀ ਬੀਤੀ ਇਸ ਭਾਂਤ, ਗੁਰ ਉਪਦੇਸ਼ਨ ਕੀ ਕਹਿ ਬਾਤ। ਚਾਤੁਰ ਘਟੀ ਬੀਤੀ ਇਸ ਭਾਂਤ, ਗੁਰ ਉਪਦੇਸ਼ਨ ਕੀ ਕਹਿ ਬਾਤ। ਏ ਚੌਥੇ ਪਰ ਬ੍ਰਹਮ ਅਵਨਾਸੀ ਅਗਨਾਸ।